ਇੱਕ ਵਾਰ ਦੀ ਗੱਲ ਹੈ, ਇੱਕ ਪਿੰਡ ਵਿੱਚ ਇੱਕ ਚੋਰ ਰਹਿੰਦਾ ਸੀ। ਚੋਰ ਆਪਣੇ ਆਪ ਨੂੰ ਬੜਾ ਚਲਾਕ, ਚੁਸਤ ਅਤੇ ਤੇਜ਼ ਦਿਮਾਗ ਸਮਝਦਾ ਸੀ। ਉਸਨੇ ਆਏ ਦਿਨ ਪਿੰਡ ਵਿੱਚ ਕੋਈ ਨਾ ਕੋਈ ਠੱਗੀ ਮਾਰਿਆ ਕਰਨੀ, ਕੋਈ ਨਾ ਕੋਈ ਚੋਰੀ ਕਰ ਲਿਆ ਕਰਨੀ। ਸਾਰੇ ਪਿੰਡ ਵਾਲੇ ਉਸ ਤੋਂ ਪਰੇਸ਼ਾਨ ਸਨ। ਪਿੰਡ ਵਾਲੇ ਉਸ ਨੂੰ ਬਹੁਤ ਲਾਹਨਤਾਂ ਪਾਉਂਦੇ ਸਨ, ਉਸ ਦੀ ਬਹੁਤ ਬੇਇੱਜ਼ਤੀ ਕਰਦੇ ਸਨ। ਇਸ ਦੇ ਬਾਵਜੂਦ ਉਸ ਇਨਸਾਨ ਨੂੰ ਲੱਗਦਾ ਸੀ ਕਿ ਉਹ ਠੱਗੀਆਂ ਚੋਰੀਆਂ ਜਿਹੜੀਆਂ ਕਰਦਾ ਹੈ, ਉਹ ਉਸਦੇ ਹੱਕ ਹਲਾਲ ਦੀ ਕਮਾਈ ਹੈ। ਉਹ ਹਮੇਸ਼ਾ ਤਰਕ ਦਿਆ ਕਰਦਾ ਸੀ ਕਿ ਮੇਰੇ ਕੋਲੇ ਦਿਮਾਗ ਹੈ ਤਾਂ ਮੈਂ ਠੱਗੀ ਮਾਰ ਲਈ, ਤੁਹਾਡੇ ਕੋਲੇ ਦਿਮਾਗ ਹੁੰਦਾ ਤਾਂ ਤੁਸੀਂ ਠੱਗੀ ਰੋਕ ਲੈਂਦੇ। ਕਹਿਣ ਤੋਂ ਭਾਵ ਕਿ ਉਸਨੇ ਜਰਾ ਜਿੰਨੀ ਸ਼ਰਮ ਨਾ ਮਹਿਸੂਸ ਕਰਿਆ ਕਰਨੀ। ਪਰ ਪਿੰਡ ਵਾਲੇ ਹੌਲੀ ਹੌਲੀ ਉਸ ਦੀਆਂ ਹਰਕਤਾਂ ਤੋਂ ਜਾਣੂ ਹੋ ਗਏ, ਇਸ ਕਰਕੇ ਉਹ ਉਸਦੀ ਕੋਈ ਵੀ ਚਾਲ ਕਾਮਯਾਬ ਨਾ ਹੋਣ ਦਿੰਦੇ। ਹੁਣ ਇਹ ਇਨਸਾਨ ਜੋ ਚੋਰ ਸੀ, ਇਸ ਨੂੰ ਪਿੰਡ ਵਾਲੇ ਚੌਧਰੀ ਕਿਹਾ ਕਰਦੇ ਸਨ। ਇਹ ਚੌਧਰੀ ਸਮਝ ਗਿਆ ਕਿ ਹੁਣ ਇਸ ਪਿੰਡ ਵਿੱਚ ਮੇਰੀ ਦਾਲ ਨਹੀਂ ਗਲਣੀ। ਉਹ ਕੀ ਕਰਦਾ ਹੈ, ਉਹ ਮਨ ਹੀ ਮਨ ਵਿੱਚ ਸੋਚਦਾ ਕਿ ਹੁਣ ਆਪਾਂ ਵੱਡਾ ਹੱਥ ਮਾਰ ਲਈ, ਕਿਸੇ ਸ਼ਹਿਰ ਨੂੰ ਟੀਚਾ ਬਣਾਵਾਂਗੇ। ਇੱਕ ਦਿਨ ਉਹ ਸ਼ਹਿਰ ਦੀ ਇੱਕ ਗਲੀ ਵਿੱਚੋਂ ਗੁਜ਼ਰਦਾ ਹੈ। ਬਹੁਤੀਆਂ ਦੁਕਾਨਾਂ ਤਾਂ ਉਸ ਨੂੰ ਲੱਗਦਾ ਕਿ ਕਬਾੜ ਕਪੂੜ ਦਾ ਕੰਮ ਕਰਦੀਆਂ, ਇੱਥੇ ਮੇਰਾ ਕੁਛ ਨਹੀਂ ਵੱਟਿਆ ਜਾਣਾ। ਪਰ ਉਸੇ ਗਲੀ ਦੇ ਅੰਤ ਦੇ ਵਿੱਚ ਇੱਕ ਦੁਕਾਨ ਹੁੰਦੀ ਹੈ। ਉੱਥੇ ਇੱਕ ਸ਼ਾਹੂਕਾਰ, ਇੱਕ ਸੇਠ ਬੈਠਾ ਹੁੰਦਾ ਹੈ। ਉਹ ਸੋਨੇ ਚਾਂਦੀ ਦੇ ਔਜ਼ਾਰ ਬਣਾ ਕੇ ਵੇਚਿਆ ਕਰਦਾ ਹੈ। ਹੁਣ ਉੱਥੇ ਦੇਖ ਕੇ ਚੀਜ਼ਾਂ ਇਸ ਦੇ ਮਨ ਵਿੱਚ ਇੱਕਦਮ ਲਾਲਚ ਆ ਗਿਆ ਕਿ ਇਹ ਮੇਰਾ ਸਹੀ ਟੀਚਾ ਹੈ। ਉਸੇ ਦੁਕਾਨ ਦੇ ਵਿੱਚੋਂ ਟੰਗੀ ਹੋਈ ਇੱਕ ਤਲਵਾਰ ਦੇਖਦਾ ਹੈ, ਬੜੀ ਸ਼ਾਨਦਾਰ ਚਾਂਦੀ ਦੀ ਤਲਵਾਰ, ਜਿਸ ਦਾ ਵਜ਼ਨ ਵੀ ਕਾਫੀ ਜਾਪਦਾ ਹੈ। ਉਹ ਕਹਿੰਦਾ ਕਿ ਅੱਜ ਮੈਂ ਘਰ ਜਾਂਦਾ, ਘਰ ਜਾ ਕੇ ਕੋਈ ਜੁਗਤ ਲਾਉਣਾ, ਕੱਲ੍ਹ ਨੂੰ ਆ ਕੇ ਮੈਂ ਇਸ ਬੰਦੇ ਨਾਲ ਠੱਗੀ ਮਾਰ ਕੇ ਲੈ ਕੇ ਜਾਵਾਂਗਾ। ਘਰੇ ਜਾ ਕੇ ਆਪਣੀ ਘਰਵਾਲੀ ਨੂੰ ਸਾਰੀ ਵਾਰਤਾ ਦੱਸਦਾ ਅਤੇ ਨਾਲ ਹੀ ਪੁੱਛਦਾ ਕਿ ਆਪਣੇ ਘਰ ਵਿੱਚ ਕੀ ਹੈ। ਉਹ ਕਹਿੰਦੀ ਕਿ ਘਰ ਵਿੱਚ ਸਿਰਫ ਖਾਣ ਪੀਣ ਦੀਆਂ ਵਸਤਾਂ ਨੇ, ਉਹ ਵੀ ਥੋੜ੍ਹੇ ਦਿਨਾਂ ਦੀਆਂ ਬਚੀਆਂ ਨੇ। ਜੇਕਰ ਤੂੰ ਕੋਈ ਕਮਾਈ ਨਾ ਕਰਕੇ ਲਿਆਂਦੀ ਤਾਂ ਖਾਣ ਪੀਣ ਦਾ ਸਮਾਨ ਵੀ ਸਮਾਪਤ ਹੋ ਜਾਵੇਗਾ। ਉਹ ਕਹਿੰਦਾ ਫਿਰ ਵੀ ਕੋਈ ਐਸੀ ਚੀਜ਼ ਦੱਸ ਜਿਹੜੀ ਦਾ ਮੈਂ ਇਸਤੇਮਾਲ ਕਰਕੇ ਕਿਤੇ ਠੱਗੀ ਮਾਰ ਸਕਾਂ। ਤਾਂ ਉਹ ਕਹਿੰਦੀ ਕਿ ਆਪਣੇ ਘਰ ਵਿੱਚ 3-4 ਕਿਲੋ ਦੇਸੀ ਘਿਓ ਜੋੜਿਆ ਪਿਆ ਹੈ। ਉਹ ਕਹਿੰਦਾ ਮੈਨੂੰ 3-4 ਕਿਲੋ ਨਹੀਂ ਚਾਹੀਦਾ, 10 ਕਿਲੋ ਦਾ ਇੱਕ ਘੜਾ ਲਿਆ, ਉਸ ਨੂੰ ਉੱਪਰ ਤੱਕ ਮਿੱਟੀ ਨਾਲ ਭਰ ਦੇ ਅਤੇ ਉਹਦੇ ਉੱਪਰ ਪਾਈਆ ਕੁ ਦੇਸੀ ਘਿਓ ਪਾ ਦੇ। ਉਹ ਉਸ ਦੀ ਜਿਹੜੀ ਗੱਲਬਾਤ ਹੁੰਦੀ ਉਸ ਦੀ ਤਾਮੀਲ ਕਰਦੀ ਹੈ। ਉਸੇ ਤਰ੍ਹਾਂ ਉਹ ਮਿੱਟੀ ਭਰ ਕੇ ਉੱਪਰ ਉਹਦੇ ਦੇਸੀ ਘਿਓ ਪਾ ਕੇ ਥੋੜ੍ਹਾ ਜਿਹਾ ਅਤੇ ਘੜਾ ਉਸ ਦੇ ਹਵਾਲੇ ਕਰ ਦਿੰਦੀ ਹੈ। ਅਗਲੇ ਦਿਨ ਦੁਪਹਿਰ ਵੇਲੇ ਜਦੋਂ ਬਾਜ਼ਾਰ ਤਕਰੀਬਨ ਸੁੰਨਾ ਪਿਆ ਹੁੰਦਾ ਹੈ, ਉਦੋਂ ਉਹ ਉਸ ਇਨਸਾਨ ਦੀ ਦੁਕਾਨ 'ਤੇ ਜਾ ਪਹੁੰਚਦਾ ਹੈ ਜੋ ਇਨਸਾਨ ਸੋਨੇ ਚਾਂਦੀ ਦੇ ਔਜ਼ਾਰ ਵੇਚਦਾ ਹੈ। ਉਸ ਇਨਸਾਨ ਦਾ ਨਾਮ ਨੰਦਨਾਥ ਹੁੰਦਾ ਹੈ। ਹੁਣ ਨੰਦ ਕੋਲੇ ਜਾ ਕੇ ਉਹ ਆਪਣੇ ਘਿਓ ਬਾਰੇ ਸਿਫਤਾਂ ਦੇ ਪੁਲ ਬੰਨਣੇ ਸ਼ੁਰੂ ਕਰ ਦਿੰਦਾ ਹੈ ਕਿ ਇਹ ਦੇਸੀ ਘਿਓ ਹੈ, ਇਹ ਸ਼ੁੱਧ ਹੈ, ਇਹਦੇ ਵਿੱਚ 1% ਵੀ ਮਿਲਾਵਟ ਨਹੀਂ। ਜੇ ਉਹ ਉਰੇ ਪਰੇ ਦੁਨੀਆ ਜਹਾਨ ਦੀਆਂ ਗੱਪਾਂ ਮਾਰ ਕੇ ਉਸ ਨੰਦਨਾਥ ਨੂੰ ਇਸ ਤਰ੍ਹਾਂ ਮਹਿਸੂਸ ਕਰਵਾ ਦਿੰਦਾ ਹੈ ਕਿ ਇਹ ਸਿਰਫ ਇਕਲੌਤਾ ਹੀ ਇਨਸਾਨ ਹੋਵੇ ਜਾਂ ਫਿਰ ਦੁਨੀਆ ਦਾ ਕੋਈ ਬੇਸ਼ਕੀਮਤੀ ਘਿਓ ਇਸ ਇਨਸਾਨ ਦੇ ਕੋਲ ਹੋਵੇ। ਉਸ ਇਨਸਾਨ ਦੇ ਮਨ ਵਿੱਚ ਵੀ ਲਾਲਚ ਆ ਜਾਂਦਾ ਹੈ। ਵੈਸੇ ਉਹ ਵੀ ਇੱਕ ਪਹੁੰਚਿਆ ਹੋਇਆ ਠੱਗ ਹੁੰਦਾ ਹੈ ਅਤੇ ਸਿਰੇ ਦਾ ਲਾਲਚੀ ਇਨਸਾਨ ਹੁੰਦਾ ਹੈ। ਹੁਣ ਉਹ ਇਹ ਸੋਚਦਾ ਕਿ ਮੈਂ ਗੱਲੇ ਵਿੱਚੋਂ ਇੱਕ ਵੀ ਰੁਪਈਆ ਨਾ ਕੱਢਾਂ ਅਤੇ ਕੋਈ ਚੀਜ਼ ਦੇ ਕੇ ਇਸ ਨੂੰ ਇਸ ਦੇ 10 ਕਿਲੋ ਦੇ ਭਰੇ ਘੜੇ ਨਾਲ ਠੱਗੀ ਮਾਰ ਲਵਾਂ। ਉਸ ਨੇ ਇਸ ਤਰ੍ਹਾਂ ਕੀਤਾ, ਕਹਿੰਦਾ ਚਾਂਦੀ ਦੇ ਬਣੇ ਔਜ਼ਾਰ ਨੇ ਮੇਰੇ ਕੋਲੇ, ਇਸ 10 ਕਿਲੋ ਦੇ ਘਿਓ ਦੇ ਬਦਲੇ ਕੋਈ ਵੀ ਲੈ ਜਾ। ਉਹ ਇਨਸਾਨ ਦੇ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ। ਜਿਸ ਚੌਧਰੀ ਨਾਮ ਦਾ ਚੋਰ ਹੁੰਦਾ, ਉਹ ਝੱਟ ਉਸ ਤਲਵਾਰ ਵੱਲ ਹੱਥ ਕਰ ਦਿੰਦਾ। ਫਿਰ ਨੰਦਨਾਥ ਉਸ ਤਲਵਾਰ ਦੀਆਂ ਸਿਫਤਾਂ ਦੇ ਪੁਲ ਬੰਨ੍ਹਦਾ ਹੈ ਕਿ ਇਹ ਖਾਸ ਕਿਸਮ ਦੀ ਚਾਂਦੀ ਤੋਂ ਬਣੀ ਹੈ, ਇਹਦੇ ਵਿੱਚ ਖਾਸ ਕਿਸਮ ਦੀ ਲੱਕੜ ਦਾ ਮੁੱਠਾ ਲੱਗਾ ਹੈ। ਕਹਿਣ ਤੋਂ ਭਾਵ ਉਹ ਵੀ ਦੁਨੀਆ ਜਹਾਨ ਦੀਆਂ ਗੱਪਾਂ ਮਾਰ ਕੇ ਚੌਧਰੀ ਨੂੰ ਇਸ ਤਰ੍ਹਾਂ ਮਹਿਸੂਸ ਕਰਵਾਉਂਦਾ ਕਿ ਉਸਨੇ ਕੋਈ ਬੇਸ਼ਕੀਮਤੀ ਤਲਵਾਰ ਠੱਗ ਲਈ ਹੋਵੇ ਜਾਂ ਲੁੱਟ ਲਈ ਹੋਵੇ। ਹੁਣ ਉਹ ਤਲਵਾਰ ਲੈ ਕੇ ਆਪਣੇ ਘਰ ਨੂੰ ਵਾਪਸ ਜਾਂਦਾ ਹੁੰਦਾ ਅਤੇ ਇਹ ਉਹ ਘੜਾ ਭਰਿਆ ਲੈ ਕੇ ਆਪਣੇ ਘਰ ਨੂੰ ਵਾਪਸ ਚਲਿਆ ਜਾਂਦਾ, ਆਪਣੀ ਦੁਕਾਨ ਬੰਦ ਕਰਕੇ। ਹੁਣ ਚੌਧਰੀ ਦੇ ਦਿਮਾਗ ਵਿੱਚ ਆਉਂਦਾ ਕਿ ਮੈਂ ਇੱਕ ਵਾਰ ਇਸ ਚਾਂਦੀ ਦੀ ਤਲਵਾਰ ਦਾ ਇਸਤੇਮਾਲ ਤਾਂ ਕਰਕੇ ਦੇਖ ਲਵਾਂ। ਉਹ ਇੱਕ ਰੁੱਖ ਦੇ ਤਣੇ ਨੂੰ ਮਾਰਦਾ ਹੈ। ਉਸ ਨੂੰ ਲੱਗਦਾ ਕਿ ਤਣਾ ਝੱਟ ਹੀ ਕੱਟਿਆ ਜਾਵੇਗਾ, ਪਰ ਜਿਵੇਂ ਹੀ ਤਣੇ ਦੇ ਵਿੱਚ ਮਾਰਦਾ ਹੈ ਅਤੇ ਤਲਵਾਰ ਸਾਰੀ ਮਿੱਟੀ ਵਾਂਗੂ ਝੜ ਕੇ ਥੱਲੇ ਡਿੱਗ ਪੈਂਦੀ ਹੈ। ਕਹਿਣ ਤੋਂ ਭਾਵ ਕਿ ਉਹ ਵੀ ਸਾਰੀ ਤਕਰੀਬਨ ਮਿੱਟੀ ਦੀ ਬਣੀ ਹੁੰਦੀ ਹੈ, ਵਿੱਚ ਕੁਛ ਪਦਾਰਥ ਹੋਰ ਰਲੇ ਹੁੰਦੇ ਨੇ ਅਤੇ ਬਾਹਰ ਉਸਦੇ ਕੁਛ ਚਮਕੀਲਾ ਪਦਾਰਥ ਚਾਂਦੀ ਵਰਗਾ ਲੱਗਾ ਹੁੰਦਾ। ਹੁਣ ਉਹ ਸੋਚਦਾ ਹੈ ਕਿ ਇਹ ਜਿਹੜਾ ਨੰਦਨਾਥ ਨਾਮ ਦਾ ਦੁਕਾਨਦਾਰ ਹੈ, ਇਹ ਤਾਂ ਮੇਰੇ ਤੋਂ ਵੀ ਵੱਡਾ ਠੱਗ ਨਿਕਲਿਆ। ਮਨ ਹੀ ਮਨ ਵਿੱਚ ਇੱਕ ਵਾਰ ਇਹ ਵੀ ਕਹਿ ਦਿੰਦਾ ਕਿ ਇਹ ਤਾਂ ਚੋਰਾਂ ਦਾ ਬਾਪ ਨਿਕਲਿਆ। ਇੰਨੀ ਗੱਲਬਾਤ ਕਰ ਦੋ ਆਪਣੇ ਘਰ ਚਲਾ ਜਾਂਦਾ, ਸਮਝਦਾ ਕਿ ਮੈਂ ਵੱਡੀ ਠੱਗੀ ਖਾ ਲਈ। ਉੱਧਰ ਉਹ ਨੰਦਨਾਥ ਨਾਮ ਦਾ ਇਨਸਾਨ ਆਪਣੇ ਘਰ ਚਲਾ ਜਾਂਦਾ, ਜਾ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਅੱਜ ਮੈਂ ਵੱਡੀ ਠੱਗੀ ਮਾਰ ਲਿਆ। ਅੱਜ ਤਾਂ ਮੈਂ ਕਿਸੇ ਬੰਦੇ ਨੂੰ ਆਪਣੀ ਜਾਲੀ ਤਲਵਾਰ ਚੇਪ ਆਇਆ ਅਤੇ ਉਸ ਦੇ ਬਦਲੇ ਵਿੱਚ ਮੈਨੂੰ ਇੱਕ 10 ਕਿਲੋ ਦਾ ਘਿਓ ਦਾ ਸ਼ੁੱਧ ਪਿਓਰ ਘਿਓ ਦਾ ਘੜਾ ਮਿਲ ਗਿਆ। ਉਹ ਜਦੋਂ ਹੱਥ ਮਾਰਦੀ ਹੈ ਤਾਂ ਥੱਲੋਂ ਮਿੱਟੀ ਨਿਕਲ ਆਉਂਦੀ ਹੈ। ਉਹ ਵੀ ਹੁਣ ਇਨਸਾਨ ਸੋਚਦਾ ਕਿ ਇਹ ਤਾਂ ਮੇਰੇ ਤੋਂ ਵੀ ਵੱਡਾ ਠੱਗ ਹੈ। ਹੁਣ ਕੁਛ ਦਿਨ ਬੀਤ ਜਾਂਦੇ ਨੇ। ਉਹ ਚੌਧਰੀ ਨਾਮ ਦਾ ਬੰਦਾ ਫਿਰ ਉਸ ਦੀ ਦੁਕਾਨ 'ਤੇ ਆ ਟਪਕਦਾ, ਆ ਕੇ ਕਹਿੰਦਾ ਕਿ ਕਿਸ ਤਰ੍ਹਾਂ ਲੱਗਿਆ ਜੀ ਮੇਰੇ ਘਿਓ ਦਾ ਸਵਾਦ। ਉਹ ਕਹਿੰਦਾ ਘਿਓ ਦਾ ਸਵਾਦ? ਜਿਹੜਾ ਸ਼ੁੱਧ ਪਿੰਡ ਦਾ ਬਣਿਆ ਹੋਇਆ ਘਿਓ ਹੋਵੇ ਉਹਦਾ ਸਵਾਦ ਕਿਵੇਂ ਮਾੜਾ ਹੋ ਸਕਦਾ?
ਤੂੰ ਦੱਸ ਤੇਰੀ ਤਲਵਾਰਬਾਜ਼ੀ ਕਿਵੇਂ ਚੱਲ ਰਹੀ ਹੈ, ਤਲਵਾਰ ਨਾਲ ਕੁਛ ਕੀਤਾ ਕਿ ਜਾ ਕੇ ਸਜਾਵਟ ਲਈ ਰੱਖ ਲਈ ਹੈ। ਉਹ ਕਹਿੰਦਾ ਤੁਹਾਡੀ ਬਣੀ ਹੋਈ ਤਲਵਾਰ ਇੰਨੀ ਸੋਹਣੀ ਪਦਾਰਥ ਤੁਸੀਂ ਇਸਤੇਮਾਲ ਕੀਤੇ ਉਹਦੇ ਵਿੱਚ, ਉਸ ਨੂੰ ਮੈਂ ਤਲਵਾਰਬਾਜ਼ੀ ਲਈ ਥੋੜ੍ਹੀ ਵਰਤਾਂਗਾ। ਉਹ ਤਾਂ ਇੱਕ ਸ਼ੋਅ ਪੀਸ ਹੈ, ਉਹ ਤਾਂ ਇੱਕ ਦਿਖਾਵੇ ਦੀ ਸ਼ੈ ਹੈ। ਮੈਂ ਆਂਢ ਗੁਆਂਢ ਨੂੰ ਜਲਾਉਣ ਲਈ ਰੱਖੀ ਹੈ, ਘਰੇ ਜਾ ਕੇ ਉਸ ਨੂੰ ਸ਼ੀਸ਼ੇ ਵਿੱਚ ਜੜ ਦਿੱਤਾ। ਬਾਅਦ ਵਿੱਚ ਦੋਵੇਂ ਜਾਣੇ ਹੱਸਣ ਲੱਗਦੇ ਨੇ। ਜਿਹੜਾ ਨੰਦਨਾਥ ਹੁੰਦਾ ਉਹ ਉਸ ਦੀ ਇੱਕ ਵਾਰ ਪਰਖ ਹੋਰ ਕਰਨੀ ਚਾਹੁੰਦਾ। ਉਹ ਕਹਿੰਦਾ ਕਿ ਇਸ ਤਰ੍ਹਾਂ ਕਰ, ਤੂੰ ਕੁਛ ਦਿਨ ਮੇਰੇ ਨਾਲ ਰਹਿ ਮੇਰੇ ਘਰ, ਉਸ ਤੋਂ ਬਾਅਦ ਜਦੋਂ ਮੈਂ ਇੱਥੇ ਆਉਣਾ ਉਦੋਂ ਮੇਰੇ ਨਾਲ ਆ ਜਾਇਆ ਕਰ, ਤੂੰ ਮੇਰੀ ਕੰਮ ਦੇ ਵਿੱਚ ਮਦਦ ਕਰ। ਉਹ ਕਹਿੰਦਾ ਠੀਕ ਹੈ। ਉਹ 1-2 ਦਿਨ ਉੱਥੇ ਰਹਿੰਦੇ ਨੇ, ਅਤੇ ਜਦੋਂ ਉਸਨੇ ਜਾਣਾ ਹੁੰਦਾ ਉਸ ਤੋਂ ਇੱਕ ਰਾਤ ਪਹਿਲਾਂ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਅੱਜ ਖਾਸ ਕਿਸਮ ਦੇ ਪਕਵਾਨ ਅਤੇ ਖਾਸ ਕਿਸਮ ਦੇ ਬਰਤਨਾਂ ਦਾ ਇਸਤੇਮਾਲ ਕਰ। ਉਹ ਦੇਖਦਾ, ਉਹ ਜਿਹੜਾ ਚੌਧਰੀ ਹੁੰਦਾ, ਕਿ ਉਸ ਨੰਦਨਾਥ ਦੀ ਘਰਵਾਲੀ ਚੌਧਰੀ ਦੇ ਅੱਗੇ ਚਾਂਦੀ ਦਾ ਇੱਕ ਥਾਲ ਲਿਆ ਕੇ ਰੱਖ ਦਿੰਦੀ ਹੈ, ਅਤੇ ਉਸ ਦੇ ਮਨ ਵਿੱਚ ਫਿਰ ਤੋਂ ਲਾਲਚ ਆਉਂਦਾ। ਉਹ ਸੋਚ ਹੀ ਰਿਹਾ ਹੁੰਦਾ ਕਿ ਉਸ ਨੰਦਨਾਥ ਦੀ ਘਰਵਾਲੀ ਉਸ ਚੌਧਰੀ ਦੇ ਅੱਗੇ ਸੋਨੇ ਦਾ ਥਾਲ ਲਿਆ ਕੇ ਰੱਖ ਦਿੰਦੀ ਹੈ। ਹੁਣ ਉਸ 'ਤੇ ਜਿਹੜਾ ਲਾਲਚ ਦਾ ਪੱਧਰ ਹੁੰਦਾ ਹੈ ਬਹੁਤ ਜ਼ਿਆਦਾ ਵੱਧ ਜਾਂਦਾ। ਰੋਟੀ ਪਾਣੀ ਛਕਣ ਤੋਂ ਬਾਅਦ ਥੋੜ੍ਹਾ ਸਮਾਂ ਉਸ ਵਿਹੜੇ ਵਿੱਚ ਪੈਂਦੇ ਨੇ। ਜਦੋਂ ਉਹ ਦੇਖਦਾ ਕਿ ਨੰਦਨਾਥ ਸੌਂ ਗਿਆ ਤਾਂ ਉਹ ਕਹਿੰਦਾ ਕਿ ਮੈਂ 2 ਥਾਲ ਇਕੱਠੇ ਨਹੀਂ, ਪਹਿਲਾਂ ਮੈਂ ਸੋਨੇ ਦਾ ਥਾਲ ਗਾਇਬ ਕਰ ਦਿੰਦਾ। ਉਸ ਦੇ ਘਰ ਦੇ ਬਾਹਰ ਇੱਕ ਛੱਪੜ ਹੁੰਦਾ, ਉਹ ਸੋਨੇ ਦਾ ਥਾਲ ਲਿਜਾ ਕੇ ਉਸ ਛੱਪੜ ਦੇ ਵਿੱਚ ਦੱਬ ਆਉਂਦਾ, ਆ ਕੇ ਚੁੱਪ-ਚਾਪ ਕਰਕੇ ਸੌਂ ਜਾਂਦਾ। ਹੁਣ ਸਵੇਰ ਵੇਲੇ ਨੰਦਨਾਥ ਨੂੰ ਜਾਗ ਪਹਿਲਾਂ ਆ ਜਾਂਦੀ ਹੈ। ਉਹ ਦੇਖਦਾ ਕਿ ਚੌਧਰੀ ਦੇ ਜਿਹੜੀ ਜੁੱਤੀ ਹੈ ਉਸ ਨੂੰ ਚਿੱਕੜ ਲੱਗਾ ਹੋਇਆ। ਉਹ ਸਮਝ ਜਾਂਦਾ ਕਿ ਇਸਨੇ ਕੋਈ ਰਾਤ ਵੇਲੇ ਹਰਕਤ ਕੀਤੀ ਹੈ। ਉਹ ਅੰਦਰ ਜਾ ਕੇ ਵੇਖਦਾ, ਉਹਦੇ ਮਨ ਵਿੱਚ ਵੀ ਸ਼ੱਕ ਸੀ ਕਿ ਇਹ ਸੋਨੇ ਦਾ ਥਾਲ ਨਹੀਂ ਛੱਡੇਗਾ। ਉਹ ਅੰਦਰ ਜਾ ਕੇ ਵੇਖਦਾ, ਸੋਨੇ ਦਾ ਥਾਲ ਗਾਇਬ ਹੁੰਦਾ, ਅਤੇ ਉਹ ਝੱਟ-ਪੱਟ ਬਾਹਰ ਜਾਂਦਾ, ਜਿੱਥੇ ਪੈੜਾਂ ਲੱਗੀਆਂ ਹੁੰਦੀਆਂ ਨੇ ਉੱਥੋਂ ਜਾ ਕੇ ਉਸ ਛੱਪੜ ਦੇ ਵਿੱਚ ਚਿੱਕੜ ਦੇ ਹੇਠੋਂ ਸੋਨੇ ਦਾ ਥਾਲ ਲੈ ਆਉਂਦਾ, ਆ ਕੇ ਧਵਾ ਲੈਂਦਾ ਅਤੇ ਉਸੇ ਤਰ੍ਹਾਂ ਉਸ ਨੂੰ ਰੱਖ ਦਿੰਦਾ। ਕੋਈ ਉਸ ਨੂੰ ਝਿੜਕਦਾ ਨਹੀਂ, ਨਾ ਉਸ ਦੇ ਨਾਲ ਨਾਰਾਜ਼ ਹੁੰਦਾ। ਹੁਣ ਚੌਧਰੀ ਜਦੋਂ ਸੁਬਾਹ ਉੱਠਦਾ ਹੈ ਉਹ ਘਰ ਜਾਣ ਦੀ ਜਿੱਦ ਕਰਨ ਲੱਗਦਾ ਹੈ ਕਿ ਮੈਂ ਜਲਦੀ ਜਾਣਾ, ਅੱਜ ਮੈਨੂੰ ਜ਼ਰੂਰੀ ਕੰਮ ਹੈ। ਪਰ ਫਿਰ ਵੀ ਨੰਦਨਾਥ ਕਹਿੰਦਾ ਕਿ ਸਾਡੇ ਇਹ ਰਿਵਾਜ਼ ਹੈ, ਅਸੀਂ ਖਾਣਾ ਖਵਾਏ ਬਿਨਾਂ ਕਿਸੇ ਨੂੰ ਨਹੀਂ ਜਾਣ ਦਿੰਦੇ। ਚੱਲ ਤੇਰੇ ਲਈ ਖਾਣਾ ਜਲਦੀ ਤਿਆਰ ਕਰ ਦਿੰਦੇ ਹਾਂ। ਫਿਰ ਖਾਣਾ ਤਿਆਰ ਹੁੰਦਾ, ਫਿਰ ਆਪਣੀ ਘਰਵਾਲੀ ਨੂੰ ਇਸ਼ਾਰਾ ਕਰਦਾ। ਉਸ ਦੀ ਘਰਵਾਲੀ ਚਾਂਦੀ ਦਾ ਥਾਲ ਉਸ ਸੀਟ ਦੇ ਅੱਗੇ ਰੱਖ ਦਿੰਦੀ ਹੈ ਅਤੇ ਸੋਨੇ ਦਾ ਥਾਲ ਵਾਪਸ ਉਸ ਚੌਧਰੀ ਦੇ ਅੱਗੇ ਰੱਖ ਦਿੰਦੀ ਹੈ। ਉਹ ਚੌਧਰੀ ਬੜਾ ਹੈਰਾਨ ਹੁੰਦਾ ਅਤੇ ਨਾਲ ਦੀ ਨਾਲ ਪੁੱਛਦਾ ਕਿ ਸੇਠ ਸਾਹਿਬ, ਮੈਨੂੰ ਲੱਗਦਾ ਤੁਹਾਡੇ ਘਰ ਬਹੁਤ ਸਾਰੇ ਸੋਨੇ ਦੇ ਥਾਲ ਨੇ। ਤਾਂ ਉਹ ਅੱਗੋਂ ਹੱਸ ਕੇ ਕਹਿੰਦਾ, ਨਹੀਂ ਜੀ, ਇੱਕ ਹੀ ਥਾਲ ਹੈ, ਇਹ ਵੀ ਬਹੁਤ ਪੁਰਾਣਾ ਹੋ ਗਿਆ ਅਤੇ ਇਸ ਦੀ ਹਿਫਾਜ਼ਤ ਵੀ ਕਰੀਦੀ ਹੈ। ਇੰਨੀ ਗੱਲ ਸੁਣ ਕੇ ਉਹ ਸ਼ਰਮਸਾਰ ਹੋ ਜਾਂਦਾ। ਖਾਣਾ ਖਾਣ ਤੋਂ ਬਾਅਦ ਸੇਠ ਉਸ ਚੌਧਰੀ ਨੂੰ ਕਹਿੰਦਾ ਕਿ ਦੇਖ, ਮੇਰੇ ਅੱਗੇ ਤੇਰੀ ਕੋਈ ਚਲਾਕੀ ਨਹੀਂ ਚੱਲਣੀ। ਆਪਾਂ ਜੇ ਰਲ ਮਿਲ ਕੇ ਕੰਮ ਕਰੀਏ ਤਾਂ ਆਪਾਂ ਕੋਈ ਕਮਾਈ ਕਰ ਸਕਦੇ ਹਾਂ, ਅਤੇ ਆਪਾਂ ਕਿਸੇ ਹੋਰ ਸ਼ਹਿਰ ਨੂੰ ਜਾ ਕੇ ਟੀਚਾ ਕਰਦੇ ਹਾਂ। ਉਹ ਕਹਿੰਦਾ ਠੀਕ ਹੈ, ਮੈਨੂੰ ਮਨਜ਼ੂਰ ਹੈ। ਹੁਣ ਉਹ ਕੀ ਕਰਦੇ ਨੇ ਕਿ ਕਿਸੇ ਤੀਸਰੇ ਸ਼ਹਿਰ ਨਿਕਲ ਜਾਂਦੇ ਨੇ। ਉਹ ਸੇਠ, ਕਿਉਂਕਿ ਉਸ ਦੀ ਸਿਹਤ ਬਹੁਤ ਜ਼ਿਆਦਾ ਸੀ, ਉਹ ਪਿਓਰ ਇੱਕ ਸ਼ਾਹੂਕਾਰ ਦਾ ਰੂਪ ਧਾਰਨ ਕਰ ਲੈਂਦਾ। ਉਹ ਸ਼ਾਹੂਕਾਰ ਜਿਹੜਾ ਲੋਕਾਂ ਨੂੰ ਵਿਆਜੀ ਪੈਸੇ ਦਿਆ ਕਰਦਾ। ਅਤੇ ਇਸ ਚੌਧਰੀ ਨੂੰ, ਕਿਉਂਕਿ ਇਸ ਦੀ ਸਿਹਤ ਮਾੜੀ ਸੀ, ਇਸ ਨੂੰ ਮੁਨੀਮ ਦੇ ਵੇਸ ਦੇ ਵਿੱਚ ਉਹ ਆਪਣੇ ਨਾਲ ਲੈ ਜਾਂਦਾ ਹੈ। ਇੱਕ ਲਾਲ ਕੱਪੜੇ ਦੇ ਵਿੱਚ ਉਹ ਕਾਫੀ ਸਾਰੀਆਂ ਵਹੀਆਂ, ਕੁਛ ਕਿਤਾਬਾਂ ਪਾ ਲੈਂਦੇ ਨੇ, ਕੁਛ ਕਾਗਜ਼ ਪਾ ਲੈਂਦੇ ਨੇ। ਕਹਿਣ ਤੋਂ ਭਾਵ ਕਿ ਉਹ ਬੰਦਾ ਇਸ ਤਰ੍ਹਾਂ ਲੱਗੇ ਕਿ ਉਸ ਕੋਲ ਵਹੀ ਖਾਤੇ ਨੇ, ਉਸ ਕੋਲ ਹਿਸਾਬ ਕਿਤਾਬ ਹੈ। ਅਤੇ ਉਹ ਤੀਸਰੇ ਸ਼ਹਿਰ ਦੇ ਵਿੱਚ ਜਾ ਕੇ ਪਤਾ ਕਰਦੇ ਨੇ ਕਿ ਕਿਹੜੇ ਇਨਸਾਨ ਜਿਹੜਾ ਬਹੁਤ ਅਮੀਰ ਹੋਇਆ, ਉਸ ਦੀ ਹੁਣੇ ਕਿਸੇ ਦੀ ਮੌਤ ਹੋਈ ਹੋਵੇ। ਉਹਨਾਂ ਨੂੰ ਇੱਕ ਮੁਸਲਮਾਨ ਬੰਦੇ ਦਾ ਪਤਾ ਮਿਲਦਾ ਕਿ ਇੱਕ ਕਾਫੀ ਅਮੀਰ ਮੁਸਲਮਾਨ ਪਿੱਛੇ ਬਹੁਤ ਸਾਰੀ ਜਾਇਦਾਦ ਛੱਡ ਗਿਆ, ਆਪਣੇ ਪੁੱਤਰ ਵੀ ਨੇ ਉਸ ਦੇ, ਅਤੇ ਉਸ ਦੀ ਮੌਤ ਹੋਈ ਹੈ ਥੋੜ੍ਹੇ ਦਿਨ ਪਹਿਲਾਂ, ਅਤੇ ਅੱਜ ਉਸ ਦਾ ਮਰਨ ਭੋਗ ਕਰਵਾਇਆ ਜਾ ਰਿਹਾ। ਕਹਿਣ ਤੋਂ ਭਾਵ ਲੋਕਾਂ ਦੇ ਵਿੱਚ ਉਸ ਦੇ ਨਾਮ 'ਤੇ ਲੰਗਰ ਲਾਇਆ ਜਾ ਰਿਹਾ। ਇੰਨੀ ਗੱਲ ਸੁਣ ਕੇ ਉਹ ਉਸ ਦੇ ਘਰ ਵੱਲ ਨੂੰ ਕੂਚ ਕਰ ਗਏ। ਘਰੇ ਜਾ ਕੇ ਬੈਠੇ। ਹੁਣ ਜਦੋਂ ਲੋਕਾਂ ਨੇ ਉਹਨਾਂ ਦੀ ਵੇਸ਼ ਭੂਸ਼ਾ ਦੇਖੀ ਤਾਂ ਪਤਾ ਲੱਗਿਆ ਕਿ ਬਹੁਤ ਅਮੀਰ ਲੋਕ ਆਏ ਨੇ। ਲੋਕਾਂ ਉਸ ਦੀ ਆਓ ਭਗਤ ਕੀਤੀ, ਉਸ ਦੇ ਘਰ ਵਾਲਿਆਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੇ ਨਾਲ ਵਰਤਾਵ ਕੀਤਾ। ਅਤੇ ਇਸ ਤੋਂ ਬਾਅਦ ਉਸਨੇ ਪੁੱਛਿਆ ਕਿ ਉਹ ਮੁਸਲਮਾਨ ਦਾ ਨਾਮ ਲੈ ਕੇ ਕਿ ਉਹ ਭਾਈ ਸਾਹਿਬ ਕਿੱਥੇ ਨੇ। ਉਹ ਕਹਿੰਦੇ ਜੀ ਉਹ ਤਾਂ ਚੱਲ ਗਏ, ਚੱਲ ਵਸੇ, ਖੁਦਾ ਨੂੰ ਪਿਆਰੇ ਹੋ ਗਏ। ਇੰਨੀ ਗੱਲ ਸੁਣ ਕੇ ਉਸ ਸੇਠ ਨੇ ਰੋਣ ਦੀ ਅਦਾਕਾਰੀ ਸ਼ੁਰੂ ਕੀਤੀ, ਬਹੁਤ ਉੱਚੀ ਉੱਚੀ ਰੋਣ ਲੱਗਿਆ। ਉਸ ਨੂੰ ਚੁੱਪ ਕਰਵਾਇਆ। ਹੁਣ ਉਸ ਦੇ ਮੁੰਡੇ ਨੇ ਆ ਕੇ ਪੁੱਛਿਆ ਕਿ ਕੀ ਗੱਲ ਹੈ। ਉਸਨੇ ਮੌਲਵੀ ਸਾਹਿਬ ਦੇ ਕੰਨ ਵਿੱਚ ਕਿਹਾ ਕਿ ਇਸ ਤਰ੍ਹਾਂ ਕਰੋ, ਇਹਨਾਂ ਤੋਂ ਪੁੱਛੋ ਇਹ ਕਿਉਂ ਆਏ ਨੇ, ਇਹ ਤਾਂ ਲੈਣ ਦੇਣ ਵਾਲੇ ਲੋਕ ਨੇ, ਇਹ ਤਾਂ ਪੈਸੇ ਵਿਆਜੀ ਦਿੰਦੇ ਨੇ। ਤਾਂ ਉਸ ਇਨਸਾਨ ਨੇ, ਉਸ ਸ਼ਾਹੂਕਾਰ ਨੇ, ਨੰਦਨਾਥ ਨੇ ਕਿਹਾ ਕਿ ਤੁਹਾਡੇ ਪਿਤਾ ਨੇ ਅੱਜ ਤੋਂ ਤਕਰੀਬਨ 10 ਕੁ ਸਾਲ ਪਹਿਲਾਂ ਮੇਰੇ ਤੋਂ 20,000 ਰੁਪਏ ਲਏ ਸਨ, ਅਤੇ ਜੇ ਉਹ ਚਲੇ ਗਏ ਨੇ ਤਾਂ ਹੁਣ ਤਾਂ ਮੈਨੂੰ ਵੀ ਉਹਨਾਂ ਦੇ ਪਿੱਛੇ ਜਾਣਾ ਪਵੇਗਾ। ਉਹਨਾਂ ਨੂੰ ਜੰਨਤ ਨਸੀਬ ਹੋ ਗਈ ਹੈ ਅਤੇ ਮੈਨੂੰ ਵੀ ਜੰਨਤ ਜਾਣਾ ਪਵੇਗਾ ਉਹਨਾਂ ਤੋਂ ਪੈਸੇ ਲੈਣ ਲਈ। ਇੰਨੀ ਗੱਲ ਕਹਿ ਕੇ ਉਹ ਬੇਹੋਸ਼ ਹੋ ਕੇ ਡਿੱਗ ਪਏ। ਹੁਣ ਉਸ ਮੁਸਲਮਾਨ ਅਮੀਰ ਇਨਸਾਨ ਦੇ ਜਿਹੜਾ ਬੇਟਾ ਸੀ, ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸਨੇ ਮੌਲਵੀ ਸਾਹਿਬ ਨੂੰ ਕਿਹਾ ਕਿ ਇਸ ਤਰ੍ਹਾਂ ਕਰੋ,
ਇਹਨਾਂ ਨੂੰ ਪੈਸੇ ਦੇਣ ਲਈ ਮੈਂ ਤਿਆਰ ਹਾਂ। ਇਹਨਾਂ ਨੂੰ ਪੁੱਛ ਲਵੋ ਕਿ ਜੇ ਕੋਈ ਸਬੂਤ ਹੈ, ਜੇ ਇੱਥੇ ਮਰ ਮਰਾ ਗਏ ਤਾਂ ਮੇਰੇ ਸਿਰ ਇਹਨਾਂ ਦਾ ਮੁਕੱਦਮਾ ਪੈ ਜਾਵੇਗਾ। ਇਸ ਤਰ੍ਹਾਂ ਕਰੋ, ਇਹਨਾਂ ਦੇ ਕੋਲੋਂ ਕੋਈ ਸਬੂਤ ਮੰਗ ਲਵੋ ਅਤੇ ਮੈਂ ਇਹਨਾਂ ਨੂੰ ਪੈਸੇ ਦੇਣ ਲਈ ਤਿਆਰ ਹਾਂ। ਮੌਲਵੀ ਸਾਹਿਬ ਨੇ ਪੁੱਛਿਆ ਤਾਂ ਉਹ ਕਹਿੰਦੇ ਕਿ ਸਬੂਤ ਲਿਖਤ ਤਾਂ ਸਾਡੇ ਕੋਲ ਕੋਈ ਨਹੀਂ, ਪਰ ਸਾਡੇ ਕੋਲ ਇੱਕ ਤਰੀਕਾ ਹੈ ਕਿ ਇਸ ਇਨਸਾਨ ਦੇ ਵਾਲਿਦ ਸਾਹਿਬ ਯਾਨੀ ਕਿ ਇਸ ਦੇ ਪਿਤਾ ਜੀ ਆਪਣੀ ਕਬਰ ਵਿੱਚੋਂ ਬੋਲ ਕੇ ਦੱਸ ਦੇਣਗੇ ਕਿ ਹਾਂ ਉਸਨੇ ਪੈਸੇ ਲਏ ਨੇ। ਉਸਦਾ ਬੇਟਾ ਕਹਿੰਦਾ ਕਿ ਮੈਨੂੰ ਮਨਜ਼ੂਰ ਹੈ, ਕਬਰ ਵਿੱਚੋਂ ਬੋਲ ਦੇਣ, ਜਿਵੇਂ ਮਰਜ਼ੀ ਬੋਲ ਦੇਣ, ਕੋਈ ਗੱਲ ਨਹੀਂ, ਮੈਂ ਪੈਸੇ ਦੇਣ ਲਈ ਤਿਆਰ ਹਾਂ, ਬਸ ਇੱਕ ਵਾਰੀ ਉਹਨਾਂ ਦੀ ਹਾਂ ਕਰਵਾ ਦਿਓ। ਹੁਣ ਇਸ ਗੱਲ ਦਾ ਜਦੋਂ ਪਤਾ ਸਾਰੇ ਪਿੰਡ ਵਾਲਿਆਂ ਨੂੰ ਲੱਗਾ ਤਾਂ ਉਹ ਨਿਸ਼ਚਿਤ ਸਮੇਂ 'ਤੇ ਇਕੱਠੇ ਹੋ ਗਏ। ਹੁਣ ਇਹਨਾਂ ਦੀ ਜੁਗਤ ਇਹ ਸੀ ਕਿ ਇੱਕ ਕਬਰ ਦੇ ਨਾਲ ਦੀ ਕਬਰ ਦੇ ਵਿੱਚ ਜਾ ਕੇ ਉਸ ਚੌਧਰੀ ਨੂੰ ਪਾ ਦੇਣ ਜਿਹੜਾ ਬੰਦਾ ਇਸ ਦਾ ਮੁਨੀਮ ਬਣ ਕੇ ਗਿਆ ਹੋਇਆ ਸੀ, ਪਤਲੀ ਸਿਹਤ ਵਾਲਾ। ਉਹ ਕਬਰ ਦੇ ਵਿੱਚ ਪੈ ਗਿਆ। ਹੁਣ ਜਦੋਂ ਨਿਸ਼ਚਿਤ ਸਮੇਂ ਦੌਰਾਨ ਰਾਤ ਨੂੰ 8 ਵਜੇ ਉੱਥੇ ਪਹੁੰਚੇ ਸ਼ਾਹੂਕਾਰ ਅਤੇ ਪਿੰਡ ਵਾਲੇ, ਤੇ ਜਾ ਕੇ ਪੁੱਛਿਆ ਉਸਦੇ ਬੇਟੇ ਨੇ ਕਿ ਪਿਤਾ ਜੀ ਕੋਈ ਰੁਪਈਆ ਤੁਸੀਂ ਇਹਨਾਂ ਸ਼ਾਹੂਕਾਰ ਹੋਰਾਂ ਤੋਂ ਲਿਆ ਸੀ? ਤਾਂ ਅੱਗੋਂ ਆਵਾਜ਼ ਆਈ ਕਿ ਮੈਂ ਅੱਜ ਤੋਂ 10 ਸਾਲ ਪਹਿਲਾਂ ਇਹਨਾਂ ਤੋਂ 20,000 ਰੁਪਏ ਲਏ ਸਨ। ਇਹ ਬਹੁਤ ਇਮਾਨਦਾਰ ਇਨਸਾਨ ਨੇ, 10 ਸਾਲਾਂ ਦਾ ਕਰਾਰ ਹੋਇਆ ਸੀ ਅਤੇ ਇਹਨਾਂ ਨੇ ਕਿਹਾ ਸੀ ਕਿ ਮੈਂ ਕੋਈ ਵਿਆਜ ਨਹੀਂ ਲਵਾਂਗਾ, ਪਰ ਤੂੰ ਇਸ ਤਰ੍ਹਾਂ ਕਰੀ, ਇਹ ਆਪਣੇ ਕਰਾਰ 'ਤੇ ਪੂਰੇ ਉਤਰੇ ਨੇ, ਇਹ ਕਦੀ ਵੀ ਇਹਨਾਂ ਨੇ ਪਹਿਲਾਂ ਆਪਣੇ ਵੱਲ ਗੇੜਾ ਨਹੀਂ ਮਾਰਿਆ, ਤਾਂ ਇਸ ਤਰ੍ਹਾਂ ਕਰ, ਤੂੰ ਇਹਨਾਂ ਨੂੰ 25,000 ਰੁਪਇਆ ਦੇ ਦੇਵੀਂ। ਇਸੇ ਤਰ੍ਹਾਂ ਹੋਇਆ। ਉਸਨੇ ਆਪਣੇ ਬਾਪ ਦੀ, ਚਾਹੇ ਉਹ ਬਾਪ ਨਹੀਂ ਸੀ, ਉਸਦੇ ਹੁਕਮ ਦੀ ਤਾਮੀਲ ਕੀਤੀ। ਘਰ ਆ ਕੇ 25,000 ਰੁਪਈਆ ਉਸ ਸ਼ਾਹੂਕਾਰ ਦੇ ਹੱਥ 'ਤੇ ਰੱਖ ਦਿੱਤਾ। ਹੁਣ ਹੋਇਆ ਕਿ ਇਸ ਲਾਲਚੀ ਸ਼ਾਹੂਕਾਰ ਨੇ ਰੁਪਈਏ ਲਏ ਅਤੇ ਆਪਣੇ ਪਿੰਡ ਨੂੰ, ਆਪਣੇ ਸ਼ਹਿਰ ਨੂੰ ਰੁਖਸਤ ਹੋ ਗਿਆ। ਉਸ ਇਨਸਾਨ ਨੂੰ ਜਿਹੜਾ ਉਸ ਦਾ ਮੁਨੀਮ ਬਣ ਕੇ ਗਿਆ ਹੋਇਆ ਸੀ, ਉਸ ਚੌਧਰੀ ਨੂੰ ਕਬਰ ਦੇ ਵਿੱਚੋਂ ਨਹੀਂ ਕੱਢਿਆ ਅਤੇ ਉਹ ਇਨਸਾਨ ਆਪਣੇ ਲਾਲਚ ਦੇ ਵੱਸ ਉਸੇ ਕਬਰ ਦੇ ਵਿੱਚ ਪਿਆ ਮਰ ਗਿਆ।